ਵੈਲਕਮ ਬੈਕ ਟੂ ਅਰ YouTube ਚੈਨਲ। ਅੱਜ ਦੀ ਵੀਡੀਓ ਦੇ ਵਿੱਚ ਆਪਾਂ BS ਸਮੈਸਟਰ ਸੈਕੰਡ ਜਰਨਲ ਇੰਗਲਿਸ਼ ਦੀ ਅਗਲੀ ਪੋਇਮ ਕਰਨ ਜਾ ਰਹੇ ਹਾਂ। ਪੋਇਮ ਦਾ ਨਾਮ ਹੈਗਾ ਜੀ ਅਪਰੈਂਟਲੀ ਵਿਦ ਨੋ ਸਰਪ੍ਰਾਈਜ਼ ਬਾਈ ਐਮਿਲੀ ਡਿਕਨਸਨ। ਠੀਕ ਹੈ, ਇੱਕ ਫੀਮੇਲ ਰਾਈਟਰ ਹੈ ਜਿਨ੍ਹਾਂ ਨੇ ਮਤਲਬ ਕਿ ਪੋਇਮ ਦੇ ਵਿੱਚ ਦੱਸਿਆ ਹੈ ਇੱਕ ਸਟੋਰੀ ਆਫ ਨੇਚਰ। ਤਾਂ ਆਪਾਂ ਸਟੈਂਜਾਸ ਪੜ੍ਹਦੇ ਹਾਂ ਪਹਿਲਾਂ। Apparently with no surprise to any happy flower, the frost beheats it as its play in accidental power. Apparently ਦਾ ਮਤਲਬ ਹੁੰਦਾ ਹੈ ਜੀ clearly, frost ਦਾ ਮਤਲਬ ਹੁੰਦਾ ਹੈ white ice crystal formed on surface in freezing cold. Behead ਦਾ ਅਰਥ ਹੁੰਦਾ ਹੈ ਜੀ to cut off the head of, to murder. Accidental ਦਾ ਮਤਲਬ ਹੁੰਦਾ ਹੈ by chance. ਸੋ ਇਸ ਵਿੱਚ ਸਾਫ਼ ਤੌਰ 'ਤੇ ਕੋਈ ਹੈਰਾਨੀ ਨਹੀਂ ਹੁੰਦੀ ਜਦ ਕੋਰਾ ਖੇਡਦੇ ਖੇਡਦੇ ਅਚਾਨਕ ਆਪਣੀ ਤਾਕਤ ਨਾਲ ਕਿਸੇ ਖੁਸ਼ ਫੁੱਲ ਦਾ ਸਿਰ ਕੱਟ ਦਿੰਦਾ ਹੈ। ਸੈਕਿੰਡ ਸਟੈਂਜਾ ਦੇਖਦੇ ਹਾਂ। The blonde sign passes on, the sun proceeds unmoved to measure of another day for an approving God. Blonde ਦਾ ਮਤਲਬ ਹੁੰਦਾ ਹੈ ਰਾਜੇ having pale yellow hair. ਅਸੈਸਿਨ ਦਾ ਅਰਥ ਹੁੰਦਾ ਹੈ ਜੀ ਮਰਡਰ ਆਫ ਪੋਲੀਟੀਕਲ ਔਰ ਰਿਲੀਜੀਅਸ ਲੀਡਰ। ਅਨਮੂਵਡ ਦਾ ਮਤਲਬ ਹੁੰਦਾ ਹੈ ਅਨਅਫੈਕਟਿਡ। ਪੀਲੇ ਵਾਲਾਂ ਵਾਲਾ ਕਾਤਲ ਅੱਗੇ ਤੁਰ ਜਾਂਦਾ ਹੈ। ਸੂਰਜ ਬਿਨਾਂ ਪ੍ਰਭਾਵਿਤ ਹੋਏ ਅੱਗੇ ਤੁਰਿਆ ਜਾਂਦਾ ਹੈ ਤਾਂ ਕਿ ਅਗਲੇ ਦਿਨ ਫਿਰ ਆ ਸਕੇ, ਜਿਸ ਦੀ ਪ੍ਰਵਾਨਗੀ ਪਰਮਾਤਮਾ ਵੀ ਦਿੰਦਾ ਹੈ। ਹਾਂਜੀ ਰਾਜੀ, ਤਾਂ ਹੁਣ ਆਪਾਂ ਦੇਖਦੇ ਹਾਂ ਇਸ ਪੋਇਮ ਦੇ ਆਪਾਂ ਦੋਨੋਂ ਸਟੈਂਜਾਸ ਪੜ੍ਹ ਚੁੱਕੇ ਹਾਂ। ਹੁਣ ਆਪਾਂ ਇਹਦਾ ਸਮਰੀ ਅਤੇ ਤੁਹਾਨੂੰ ਮੇਨ ਆਈਡੀਆ ਦੱਸਦੇ ਹਾਂ ਕਿ ਆਖਿਰਕਾਰ ਇਸ ਜਿਹੜੀ ਪੋਇਮ ਹੈ ਉਸਦੇ ਵਿੱਚ ਕਿਹਾ ਕੀ ਗਿਆ ਹੈ। ਤਾਂ ਐਮਲੀ ਡਿਕਨਸਨ ਜੋ ਕਿ ਇੱਕ ਫੀਮੇਲ ਰਾਈਟਰ ਹੈ, ਇਹਨਾਂ ਨੇ ਇਹ ਪੋਇਮ ਦੇ ਵਿੱਚ ਜੋ ਹੈ ਸਟੋਰੀ ਆਫ ਨੇਚਰ ਦੱਸਿਆ ਹੈ। Emily Dickinson in the poem Apparently with no surprise tells a story of nature. ਇੱਕ nature ਦੀ story ਦੱਸੀ ਗਈ ਹੈ। She tells about a flower which is in full bloom but it is beheaded by frost. ਤੇ ਉਹ ਦੱਸਦੀ ਹੈ ਕਿ ਇੱਕ ਜਿਹੜਾ ਫੁੱਲ ਹੈ ਜਿਹੜਾ ਕਿ ਖਿਲਿਆ ਹੋਇਆ ਹੈ, ਬਲੂਮ ਹੈ, ਠੀਕ ਹੈ, ਉਹਨੂੰ ਮਤਲਬ ਕਿ ਇੱਕ ਜਿਹੜੀ ਫਰੋਸਟ ਹੈ ਉਹ ਕਾਤਲ ਕਰ ਦਿੰਦੀ ਹੈ ਉਹਦਾ, ਕਿਹਦਾ, ਫਲਾਵਰ ਦਾ। The frost is very powerful but it did not murder the flower intentionally. ਫਰੋਸਟ ਕੀ ਆ, ਇੱਕ ਪਾਵਰਫੁਲ ਹੈ, ਠੀਕ ਹੈ, ਜੰਮੀ ਹੋਈ ਕੋਰਾ ਹੈ ਨਾ ਜਿਹਨੂੰ ਫਰੋਸਟ ਕਹਿੰਦੇ ਹਾਂ ਆਪਾਂ। ਤਾਂ ਮਤਲਬ ਕਿ ਫਰੋਸਟ ਦੁਆਰਾ ਉਸ ਫਲਾਰ ਦਾ ਜਿਹੜਾ ਮਰਡਰ ਤਾਂ ਹੋ ਗਿਆ, ਪਰ ਇਹ ਕੋਈ ਉਹਨੇ ਜਾਣ ਬੁੱਝ ਕੇ ਨਹੀਂ ਕੀਤਾ, ਕੋਈ ਇੰਟੈਂਸ਼ਨਲੀ ਇਸਨੇ ਨਹੀਂ ਕੀਤਾ। ਇਟ ਡਿਸਟਰੋਇਡ ਦ ਫਲਾਰ ਐਕਸੀਡੈਂਟਲੀ ਇਨ ਦ ਪਲੇ। ਉਹਨੇ ਖੇਡਦੇ ਖੇਡਦੇ ਹੀ ਮਤਲਬ ਉਹ ਐਕਸੀਡੈਂਟਲੀ ਹੋ ਗਈ, ਇਹ ਘਟਨਾ ਜਿਹੜੀ ਹੋਈ ਹੈ ਉਹਨੂੰ ਮਾਰ ਦਿੱਤਾ। ਐਮਿਲੀ ਸੇਜ਼ ਡੈਟ ਕਲੀਅਰਲੀ ਦੇਅਰ ਇਜ਼ ਨਥਿੰਗ ਟੂ ਬੀ ਸਰਪ੍ਰਾਈਜ਼ਡ। ਅਤੇ ਐਮਿਲੀ ਜਿਹੜੀ ਹੈ ਉਹ ਸਾਫ਼ ਕਹਿੰਦੀ ਹੈ ਵੀ ਇਸਦੇ ਵਿੱਚ ਕੋਈ ਹੈਰਾਨ ਹੋਣ ਵਾਲੀ, ਇਸਦੇ ਵਿੱਚ ਕੋਈ ਸਰਪ੍ਰਾਈਜ਼ ਹੋਣ ਵਾਲੀ ਕੋਈ ਗੱਲ ਨਹੀਂ ਹੈਗੀ। ਦ ਸਨ ਪਾਸਿਸ ਔਨ ਅਨਅਫੈਕਟਿਡ ਬਾਈ ਦਿਸ ਇਵੈਂਟ। ਜਿਹੜਾ ਸਨ ਹੈ ਉਹਨੂੰ ਕੋਈ, ਉਹਦੇ ਉੱਤੇ ਕੋਈ ਅਸਰ ਨਹੀਂ ਪੈ ਰਿਹਾ, ਉਹ ਆਪਣਾ ਚੱਲੀ ਜਾ ਰਿਹਾ ਹੈ, ਉਹਦੇ ਉੱਤੇ ਕੋਈ ਇਫੈਕਟ ਨਹੀਂ ਪੈ ਰਿਹਾ ਇਸ ਇਵੈਂਟ ਦਾ। It all happened as wishes of nature and approved by God. ਇਹ ਸਭ ਕੁਛ ਜੋ ਵੀ ਇਹ ਵਾਪਰਿਆ, ਇਹ ਸਭ ਕੁਛ ਨੇਚਰ ਦੀ ਇੱਛਾ ਦੇ ਦੁਆਰਾ ਹੀ ਵਾਪਰਿਆ ਹੈ ਅਤੇ ਇਸ ਨੂੰ ਜਿਹੜੀ ਪ੍ਰਵਾਨਗੀ ਹੈ ਉਹ ਇੱਕ ਪਰਮਾਤਮਾ ਨੇ ਦਿੱਤੀ ਸੀ। The poem also portrays the indifference of nature and God. ਅਤੇ ਉਹਦੇ ਵਿੱਚ ਦੇਖਦੇ ਆ ਕਿ ਜਿਹੜੀ ਨੇਚਰ ਅਤੇ ਗੋਡ ਹੈ ਕਿੰਨੇ ਬੇਪਰਵਾਹ ਨੇ, ਕਿੰਨੇ ਲਾਪਰਵਾਹ ਨੇ। The sun proceeds unaffected, showing that nature has no concern for life or anything else. ਅਤੇ ਜਿਹੜਾ ਸਨ ਹੈ ਉਹ ਅੱਗੇ ਹੀ ਚੱਲਦਾ ਰਹਿੰਦਾ ਹੈ, ਉਹਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਅਤੇ ਇਹ ਸ਼ੋਅ ਕਰਦਾ ਕਿ ਜਿਹੜੇ ਨੇਚਰ ਹੈ ਨਾ ਉਹਨੂੰ ਕਿਸੇ ਲਾਈਫ ਦੀ ਜਾਂ ਕਿਸੇ ਦੀ ਵੀ ਕੋਈ ਪਰਵਾਹ ਨਹੀਂ ਹੈਗੀ, ਕਿਸੇ ਲਈ ਕੋਈ ਕੰਸਰਨ ਨਹੀਂ ਹੈਗਾ। The sun simply goes on at it always has regardless of tragedy. ਅਤੇ ਮਤਲਬ ਕਿ ਜਿਹੜਾ ਸਨ ਹੈ ਉਹ ਆਪਣਾ ਚੱਲੀ ਜਾ ਰਿਹਾ, ਉਹਨੂੰ ਕੋਈ ਫਰਕ ਨਹੀਂ ਪੈ ਰਿਹਾ ਇਸ ਇਵੈਂਟ ਦਾ। The cruelty of nature is approved by God. ਇਹ ਜਿਹੜਾ ਸਭ ਕੁਛ ਹੋਇਆ ਹੈ ਕਿ ਇੱਕ ਫਰੋਸਟ ਨੇ ਇੱਕ ਹੈ ਨਾ ਬਲੂਮ ਫਲਾਰ ਨੂੰ ਜਿਹੜਾ ਹੈ ਬਿਹੇਡਿਡ ਕੀਤਾ, ਇਹ ਸਭ ਕੁਛ ਜਿਹੜੀ ਕਰੂਅਲਟੀ ਹੈ ਉਹ ਨੇਚਰ ਦੀ ਹੈ ਅਤੇ ਇਸ ਨੂੰ ਅਪਰੂਵ ਕੀਤਾ ਹੋਇਆ ਜੀ ਗੋਡ ਨੇ। ਗੋਡ ਹਿਮਸੈਲਫ ਇਜ਼ ਇਨਡਿਫਰੈਂਟ ਟੂ ਦ ਸਫਰਿੰਗ ਇਨ ਨੇਚਰ। ਅਤੇ ਗੋਡ ਹੀ ਇਸ ਦੇ ਲਈ ਹੈ ਨਾ ਉਹ ਹੈਗਾ ਆ ਜ਼ਿੰਮੇਵਾਰ। ਇਨਫੈਕਟ ਹੀ ਡਿਜ਼ਾਈਨ ਨੇਚਰ ਟੂ ਡੈਟ ਵੀ। ਕਹਿੰਦੇ ਪਰ ਉਹਨੇ ਨੇਚਰ ਨੂੰ ਇਸ ਤਰ੍ਹਾਂ ਹੀ ਬਣਾਇਆ ਹੈ। The poet defends the frost and sun has been called blonde by her. ਠੀਕ ਹੈ ਜੀ,
ਤੇ सन ਨੂੰ ਇਹਦੇ ਵਿੱਚ blonde किया है, blonde मतलब कि पीले वाला। इनफैक्ट द फ्रॉस्ट इज़ नॉट गिल्टी, इसਦੇ ਵਿੱਚ ਫਰੋਸਟ ਦਾ ਕੋਈ ਵੀ ਕਸੂਰ ਨਹੀਂ ਹੈਗਾ। ਤਾਂ सन withheld its warmth and let the frost do the dirty job of killing the flower। ਕਹਿੰਦੇ ਜਿਹੜਾ सन ਹੈ ਉਹਨੇ ਹੀ ਆਪਣੀ ਜਿਹੜੀ ਗਰਮੀ ਹੈ ਉਹਨੂੰ ਵਾਰਮਥ ਨੂੰ ਰੋਕ ਰੱਖਿਆ ਸੀਗਾ ਤੇ ਫਰੋਸਟ ਨੂੰ ਇਹ ਜੋ ਵੀ ਹੈ ਨਾ ਘਟਨਾ ਵਾਪਰੀ ਹੈ ਉਹਨੂੰ ਕਰਨ ਦਿੱਤੀ। ਜੇਕਰ ਉਹ ਆਪਣੀ ਹੈ ਨਾ ਵਾਰਮਥ ਦਿਖਾਉਂਦਾ ਤਾਂ ਫਰੋਸਟ ਪਿਘਲ ਜਾਂਦੀ ਤੇ ਉਹ ਫਲਾਵਰ ਨੂੰ ਕੁਝ ਨਹੀਂ ਹੋਣਾ ਸੀ। ਦ सन मूव्स ऑन अनकनसर्न, पर सन ਨੂੰ ਤਾਂ ਕੋਈ ਅਸਰ ਹੀ ਨਹੀਂ ਪੈ ਰਿਹਾ, ਉਹ ਤਾਂ ਆਪਣਾ ਚੱਲੀ ਜਾ ਰਿਹਾ ਹੈ। ਅਨਇਫੈਕਟਿਡ, ਉਹਦੇ 'ਤੇ ਕੋਈ ਇਫੈਕਟ ਨਹੀਂ ਪੈ ਰਿਹਾ ਹੈ। इट हैज़ नो टाइम टू स्टॉप एज इट हैज़ टू बी रेडी टू राइज अगेन द नेक्स्ट डे। तो सन को कोई टाइम नहीं हैगा रुकन का, क्योंकि उन्हें तो अगले दिन फिर तो राइज होना है। गॉड ऑल्सो सीम टू बी इन फेवर ऑफ नेचरज एक्शन, तो ये देखा गया कि गॉड भी नेचर के एक्शन के ही साथ दिंदा है। ही इज़ ग्लैड टू सी डैट नेचर इज़ फंक्शनिंग एज ही इंटेंडिड, तो गॉड जोड़ा है खुश होंदा है कि जिस तरह ने उसने इस नेचर को सिरजा है उस तरह काम कर रही है। द लास्ट लाइन ऑफ द पोएम सीम टू स्टेट दैट गॉड इज़ जस्ट इम्पैशनेट एंड ब्रूटल एज नेचर। तो इस तरह देखा गया है लास्ट लाइन दे विच पोएम दी कि गॉड भी नेचर दे वांगू की एक बेरहम है। तो स्टोरी दे जिहड़ी हैगी है पोएम दी स्टोरी दे विच तुहानूं पजल होने की कोई ज़रूरत नहीं हैगी कि इस दे विच मेन आइडिया यही दिता गया है कि नेचर दी स्टोरी है कि एक गॉड ने नेचर नूं सिरजा है, नेचर उही काम करी जा रही है। तो एक फ्रॉस्ट है जिन्हें कि है ना एक ब्लूम फ्लावर नूं मर्डर कर दिता, पर उन्हें एक्सीडेंटली नहीं किया सी। जेकर सन अपनी वार्मथ दिंदा तो वो मतलब कि ऐसा कुछ नहीं होना सी, पर किसी नूं कोई असर नहीं पै रहा। नेचर अपना चली जा रही है, सन ने अपना चली जा रहा है। गॉड सब नूं मतलब ये सब कुछ देख के होंदा है कि हाँ मैं जिस तरह नेचर नूं सिरजा उस तरह ही काम कर रही है। तो नैक्सट वीडियो दे विच आपां इस दे है ना जो भी अगे स्टैंजास की एक्सप्लैनेशन आएगी आप लैके आवांगे। अज दे लई इन्ना ही, धन्नवाद।